ਹੈਲੋ ਡੀਅਰ ਫਰੈਂਡਸ, ਇਸ ਵੀਡੀਓ ਵਿੱਚ ਅਸੀਂ 10th ਕਲਾਸ ਦੇ ਚੈਪਟਰ 13 ਸਰਫੇਸ ਏਰੀਆਜ਼ ਐਂਡ ਵੋਲੀਅਮਸ ਬਾਰੇ ਡਿਸਕਸ ਕਰਾਂਗੇ। ਓਕੇ, ਇਹ ਸਰਫੇਸ ਏਰੀਆਜ਼ ਐਂਡ ਵੋਲੀਅਮ ਨੂੰ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ 2D ਦੀ। 2D ਕੀ ਹੁੰਦਾ? ਟੂ ਡਿਮੈਂਸ਼ਨ ਮਤਲਬ ਟੂ ਮੇਜਰਮੈਂਟ। ਜਿੰਨੀਆਂ ਵੀ ਫਿਗਰਸ ਟੂ ਮੇਜਰਮੈਂਟ ਰੱਖਦੀਆਂ ਨੇ ਅਸੀਂ ਉਹਨਾਂ ਨੂੰ ਕਿਹਦੇ 'ਚ ਇਨਕਲੂਡ ਕਰਦੇ ਹਾਂ? ਟੂ ਡਿਮੈਂਸ਼ਨ ਦੇ ਵਿੱਚ। ਜਿਵੇਂ ਸਭ ਤੋਂ ਪਹਿਲਾਂ ਸਾਡੇ ਕੋਲ ਕੀ ਹੈ, ਇੱਕ ਰੈਕਟੈਂਗਲ ਆ। ਓਕੇ, ਰੈਕਟੈਂਗਲ ਦੇ ਵਿੱਚ ਸਾਨੂੰ ਪਤਾ ਦੋ ਮੇਜਰਮੈਂਟ ਹੁੰਦੀਆਂ ਨੇ, ਵਨ ਇਜ਼ ਲੈਂਥ ਐਂਡ ਸੈਕਿੰਡ ਇਜ਼ ਬ੍ਰੈਡਥ। ਸੇਮ ਸਕੇਅਰ ਦੇ ਵਿੱਚ ਵੀ ਲੈਂਥ ਅਤੇ ਬ੍ਰੈਡਥ ਹੁੰਦੀ ਆ, ਬਟ ਲੈਂਥ ਕਿਹਦੀ ਇਕੁਅਲ ਆ ਜਾਂਦੀ ਆ? ਬ੍ਰੈਡਥ ਦੇ। ਤਾਂ ਅਸੀਂ ਕਹਿ ਦਿੰਦੇ ਹਾਂ ਆਲ ਸਾਈਡਸ ਕੀ ਨੇ? ਇਕੁਅਲ ਨੇ। ਸੇਮ ਸਾਡੇ ਕੋਲ ਕੀ ਇੱਕ ਸਰਕਲ ਆ, ਸਰਕਲ ਦੇ ਵਿੱਚ ਕੀ ਹੁੰਦਾ? ਉਹਨਾਂ ਦੀ ਰੇਡੀਅਸ ਹੁੰਦਾ ਹੈਗਾ। ਓਕੇ, ਨਾਓ ਅਸੀਂ ਗੱਲ ਕਰਦੇ ਹਾਂ ਏਰੀਏ ਦੀ। ਏਰੀਆ ਕੀ ਹੁੰਦਾ ਵੀ ਕਿਸੇ ਇੱਕ ਸਰਫੇਸ ਦੇ ਦੁਆਰਾ, ਕਿਸੇ ਇੱਕ ਪਲੇਨ ਦੇ ਦੁਆਰਾ ਟੋਟਲ ਕਿੰਨੀ ਸਪੇਸ ਕਵਰ ਕੀਤੀ ਗਈ ਆ, ਉਸ ਨੂੰ ਅਸੀਂ ਕੀ ਬੋਲ ਦਿੰਦੇ ਹਾਂ? ਏਰੀਆ ਆਫ ਦੈਟ ਓਬਜੈਕਟ। ਓਕੇ, ਸਪੋਜ਼ ਤੁਹਾਡੇ ਕੋਲ ਇਹ ਰੈਕਟੈਂਗਲ ਆ, ਇਸ ਰੈਕਟੈਂਗਲ ਨੇ ਕਿੰਨੀ ਸਪੇਸ ਕਵਰ ਕੀਤੀ ਆ? ਜਿੰਨਾ ਮੈਂ ਇਹ ਪਾਰਟ ਡਾਰਕ ਕਰਤਾ ਰੈੱਡ ਕਲਰ ਦੇ ਨਾਲ, ਇਹ ਕੀ ਹੈ? ਇਸ ਰੈਕਟੈਂਗਲ ਦਾ ਇੱਕ ਏਰੀਆ ਹੈਗਾ। ਤਾਂ ਏਰੀਆ ਫਾਈਂਡ ਆਊਟ ਕਿਵੇਂ ਕਰਦੇ ਹਾਂ ਅਸੀਂ? ਲੈਂਥ ਇੰਟੂ ਬ੍ਰੈਡਥ। ਸੇਮ ਤੁਹਾਡੇ ਕੋਲ ਸਕੇਅਰ ਆ, ਸਕੇਅਰ ਦਾ ਏਰੀਆ ਕੀ ਹੋਊਗਾ? ਏਰੀਆ ਆਫ ਸਕੇਅਰ ਕੀ ਹੋਊਗਾ? ਸਾਈਡ ਇੰਟੂ ਸਾਈਡ ਮੀਨਸ ਸਕੇਅਰ ਆਫ ਸਾਈਡ। ਓਕੇ, ਸਾਈਡ ਦਾ ਸਕੇਅਰ ਲਿਖਤਾ ਆਪਾਂ। ਨੈਕਸਟ ਏਰੀਆ ਆਫ ਸਰਕਲ ਕੀ ਹੁੰਦਾ? ਪਾਈ ਆਰ ਸਕੇਅਰ। ਅਤੇ ਪਾਈ ਦੀ ਵੈਲੂ ਸਾਨੂੰ ਪਤਾ ਜ਼ਿਆਦਾ 22/7 ਹੁੰਦੀ ਆ ਔਰ 3.14। ਜਿਸ ਤਰੀਕੇ ਨਾਲ ਸਾਨੂੰ ਕੁਐਸਚਨ ਦੇ ਵਿੱਚ ਲਿਖਿਆ ਹੋਊਗਾ, ਜੇਕਰ ਸਾਡੇ ਕੋਲ 22/7 ਲਿਖਿਆ ਤਾਂ ਅਸੀਂ 22/7 ਯੂਜ਼ ਕਰ ਲਾਂਗੇ, ਜੇ 3.14 ਲਿਖਿਆ ਤਾਂ ਅਸੀਂ 3.14 ਯੂਜ਼ ਕਰ ਲਾਂਗੇ। ਓਕੇ, ਨੈਕਸਟ ਹੈਗਾ ਪੈਰੀਮੀਟਰ। ਸਾਨੂੰ ਪਤਾ ਕੀ ਹੁੰਦੀ ਆ ਕਿ ਕਿਸੇ ਵੀ ਆਬਜੈਕਟ ਦੀ ਜਿਹੜੀ ਬਾਉਂਡਰੀ ਆ, ਉਹਦੀ ਟੋਟਲ ਡਿਸਟੈਂਸ ਨੂੰ ਅਸੀਂ ਕੀ ਬੋਲਦੇ ਹਾਂ? ਪੈਰੀਮੀਟਰ। ਫੋਰ ਐਗਜ਼ਾਮਪਲ ਤੁਹਾਡੇ ਕੋਲ ਇਹ ਰੈਕਟੈਂਗਲ ਸੀ, ਇਹ ਰੈਕਟੈਂਗਲ 'ਤੇ ਜਿੰਨੀ ਅਸੀਂ ਸਾਈਡ ਦੇ ਉੱਤੇ ਲਾਈਨ ਲਗਾਈ ਹੈ ਇਹ ਲਾਲ ਰੰਗ ਦੀ, ਅਤੇ ਇਹ ਕੀ ਆ? ਤੁਹਾਡੇ ਕੋਲ ਇਹਦਾ ਪੈਰੀਮੀਟਰ ਆ। ਓਕੇ, ਤਾਂ ਅਸੀਂ ਇਹਨੂੰ ਕਿਵੇਂ ਕਹਿ ਸਕਦੇ ਵੀ ਸਪੋਜ਼ ਤੁਸੀਂ ਇੱਕ A ਪੁਆਇੰਟ ਤੋਂ ਸਟਾਰਟ ਕੀਤਾ ਅਤੇ B ਪੁਆਇੰਟ 'ਤੇ ਗਏ, B ਪੁਆਇੰਟ ਤੋਂ ਤੁਸੀਂ C ਪੁਆਇੰਟ 'ਤੇ ਗਏ, C ਪੁਆਇੰਟ ਤੋਂ ਤੁਸੀਂ D ਪੁਆਇੰਟ 'ਤੇ, D ਤੋਂ ਫਿਰ ਵਾਪਸ A ਦੇ ਉੱਤੇ ਆ ਗਏ, ਅਤੇ ਜਿੰਨੀ ਤੁਸੀਂ ਡਿਸਟੈਂਸ ਕਵਰ ਕਰ ਲਈ ਇਹਨੂੰ ਕੀ ਬੋਲਦੇ ਹਾਂ ਅਸੀਂ? ਪੈਰੀਮੀਟਰ। ਅਤੇ ਸਾਨੂੰ ਪਤਾ ਪੈਰੀਮੀਟਰ ਆਫ ਰੈਕਟੈਂਗਲ ਕੀ ਹੁੰਦਾ ਸੀ? 2 × L+B। ਇਹ ਵੀ ਸਾਨੂੰ ਪਤਾ ਹੈ ਕਿਵੇਂ ਹੁੰਦਾ ਸੀ, ਜਦੋਂ ਅਸੀਂ ਇਹਨੂੰ ਐਡ ਕਰਾਂਗੇ 1 ਟਾਈਮ L, ਫਿਰ ਬ੍ਰੈਡਥ, ਫਿਰ ਇੱਥੇ L ਆ ਗਈ ਤਾਂ 2 ਟਾਈਮ L ਹੋ ਗਿਆ, ਐਂਡ ਫਿਰ ਅਸੀਂ ਵਾਪਸ ਉਸੇ ਸਟਾਰਟਿੰਗ ਪੁਆਇੰਟ 'ਤੇ ਆਵਾਂਗੇ ਤਾਂ 2 ਟਾਈਮ B ਹੋ ਗਿਆ। 2 ਟਾਈਮ L 2 ਟਾਈਮ B, ਤਾਂ 2 ਕਾਮਨ ਲੈ ਲਿਆ, ਕੀ ਬਣ ਗਿਆ ਸਾਡੇ ਕੋਲ? 2 × L+B। ਓਕੇ, ਸੇਮ ਪੈਰੀਮੀਟਰ ਆਫ ਸਕੇਅਰ ਕੀ ਆ? ਇਹਦੀਆਂ 4 ਸਾਈਡਸ ਇਕੁਅਲ ਹੁੰਦੀਆਂ ਨੇ, ਤਾਂ ਪਹਿਲਾਂ ਫਸਟ ਐਸ, ਫਿਰ ਸੈਕੰਡ, ਫਿਰ ਥਰਡ ਐਂਡ ਫੋਰਥ। 4 ਟਾਈਮ ਐਸ ਆ ਗਿਆ ਤਾਂ ਕਰਕੇ ਅਸੀਂ ਨੂੰ ਕੀ ਲਿਖ ਦਿੰਦੇ ਹਾਂ? 4S। ਓਕੇ, ਐਂਡ ਪੈਰੀਮੀਟਰ ਆਫ ਸਰਕਲ ਨੂੰ ਅਸੀਂ ਕੀ ਬੋਲ ਦਿੰਦੇ ਹਾਂ? ਸਰਕਮਫਰੈਂਸ। ਓਕੇ, ਤਾਂ ਸਰਕਮਫਰੈਂਸ ਆਫ ਸਰਕਲ ਕੀ ਹੁੰਦਾ? 2πr। ਜੇ ਅਸੀਂ ਕੀ ਕਹਿ ਸਕਦੇ ਹਾਂ? πd ਮਤਲਬ ਡਾਇਮੀਟਰ। ਓਕੇ, ਤਾਂ 2πr ਕਿਹਦਾ ਸਰਕਮਫਰੈਂਸ ਆ? ਇਹ ਸਰਕਲ ਦਾ। ਓਕੇ, ਨੈਕਸਟ ਅਸੀਂ ਹੁਣ ਗੱਲ ਕਰਦੇ ਹਾਂ 3D ਦੀ। 3D ਕੀ ਆ? 3D ਮਤਲਬ ਕੀ ਆ? 3 ਡਿਮੈਂਸ਼ਨ ਮਤਲਬ 3 ਮੇਜਰਮੈਂਟ। ਓਕੇ, ਜਿੰਨੇ ਵੀ ਆਬਜੈਕਟ, ਜਿਹੜੀਆਂ ਬਾਡੀਜ਼ 3 ਡਿਮੈਂਸ਼ਨ ਰੱਖਦੀਆਂ ਸੀ ਉਹਨਾਂ ਨੂੰ ਕੀ ਬੋਲਦੇ ਹਾਂ? ਸੋਲਿਡਸ। ਫੋਰ ਐਗਜ਼ਾਮਪਲ ਅਸੀਂ ਕਿਊਆਇਡ ਦੀ ਗੱਲ ਕਰਦੇ ਹਾਂ, ਕਿਊਬ, ਸਿਲੰਡਰ, ਕੋਨ, ਸਪੀਅਰ, ਹੈਮੀਸਪੀਅਰ ਐਂਡ ਫਰਸਟਮ ਆਫ ਕੋਨ। ਇਹ ਸਾਰੇ ਕੀ ਨੇ? 3 ਡਿਮੈਂਸ਼ਨਸ ਨੇ। ਕਿਊਆਇਡ ਦੀ ਜਿਸ ਤਰੀਕੇ ਨਾਲ ਤੁਸੀਂ ਕੋਈ ਐਗਜ਼ਾਮਪਲ ਲੈ ਸਕਦੇ ਹੋ, ਕੋਈ ਤੁਹਾਡੇ ਕੋਲ ਬਾਕਸ ਆ, ਠੀਕ ਆ, ਉਹਦੇ ਵਿੱਚ ਕੀ ਹੋਊਗਾ? ਲੈਂਥ ਹੋਊਗੀ, ਬ੍ਰੈਡਥ ਹੋਊਗੀ, ਐਂਡ ਕੀ ਹੋਊਗੀ? ਹਾਈਟ ਹੋਊਗੀ। ਡਨ। ਹੁਣ ਨੈਕਸਟ ਜਿਹੜਾ ਕੰਸੈਪਟ ਹੈ, ਜਿਹੜੀ 3D ਦੀ ਗੱਲ ਕਰਦੇ ਹਾਂ ਆਪਾਂ, ਇਹ ਵੀ ਕਿਹਦੇ ਤੋਂ ਕਨਵਰਟ ਹੁੰਦੇ ਨੇ? 2D ਤੋਂ ਕਨਵਰਟ ਹੁੰਦੇ ਨੇ। ਫੋਰ ਐਗਜ਼ਾਮਪਲ ਤੁਹਾਡੇ ਕੋਲ ਇੱਕ ਕੋਈ ਪੇਜ ਆ। ਓਕੇ, ਇੱਕ ਪੇਜ ਆ, ਇਹ ਪੇਜ ਕਿਸ ਸ਼ੇਪ ਦਾ ਹੋਊਗਾ? ਰੈਕਟੈਂਗਲ ਸ਼ੇਪ ਦਾ ਹੋਊਗਾ। ਹੁਣ ਜੇਕਰ ਤੁਸੀਂ ਇੱਕ ਪੇਜ ਦੇ ਉੱਪਰ ਬਹੁਤ ਸਾਰੇ ਪੇਜ ਰੱਖ ਦਿੰਦੇ ਹੋ, ਪੇਜ ਦੇ ਉੱਪਰ ਪੇਜ ਰੱਖ ਰਹੇ ਹੋ, ਤਾਂ ਤੁਹਾਡੇ ਕੋਲ ਕੀ ਬਣ ਜੂਗੀ? ਇੱਕ ਨੋਟਬੁੱਕ ਬਣ ਜੂਗੀ। ਜਿਹੜੀ ਨੋਟਬੁੱਕ ਹੋਊਗੀ ਉਹ ਕਿਹਦੀ ਸ਼ੇਪ ਹੋਊਗੀ? ਉਹ ਕੀ ਹੋਊਗਾ? ਉਹ ਹੋਊਗੀ 3D 'ਚ। 3D 'ਚ ਕਿਉਂ ਹੋਊਗੀ? ਕਿਉਂਕਿ ਉਹਦੀ ਲੈਂਥ ਵੀ ਆ, ਬ੍ਰੈਡਥ ਵੀ ਆ, ਐਂਡ ਕੀ ਹੋਊਗੀ ਉਹਦੇ ਨਾਲ? ਹਾਈਟ ਹੋਊਗੀ। ਓਕੇ, ਤਾਂ ਕਰਕੇ ਜਿਹੜੀ 3D ਦੀ ਅਸੀਂ ਗੱਲ ਕਰਦੇ ਹਾਂ, 3 ਡਿਮੈਂਸ਼ਨ ਦੀ, ਇਹ ਵੀ ਕਿਹਦੇ ਤੋਂ ਕਨਵਰਟ ਹੁੰਦੇ ਨੇ? 2D ਤੋਂ ਕਨਵਰਟ ਹੁੰਦੇ ਨੇ। ਜਿਵੇਂ ਅਸੀਂ ਗੱਲ ਕਰਦੇ ਹਾਂ ਸਿਲੰਡਰ ਦੀ, ਤਾਂ ਸਿਲੰਡਰ ਕੀ ਆ? ਇਸ ਤਰ੍ਹਾਂ ਦੀ ਸ਼ੇਪ ਦਾ ਹੁੰਦਾ, ਜਿਵੇਂ ਤੁਹਾਡੇ ਕੋਲ ਕੋਈ ਮਾਰਕਰ ਆ ਜਾਂ ਕੋਈ ਚੌਕ ਆ। ਜੇ ਹੁਣ ਤੁਸੀਂ ਇੱਕ ਸਰਕਲ ਦੇ ਉੱਪਰ ਰੱਖੀ ਜਾਂਦੇ ਹੋ, ਸਰਕਲ ਦੇ ਉੱਪਰ ਰੱਖੀ ਜਾਂਦੇ ਹੋ, ਤਾਂ ਤੁਹਾਡੇ ਕੋਲ ਕੀ ਬਣ ਜੂਗਾ? ਉਹ ਇੱਕ ਸਿਲੰਡਰ ਬਣ ਜੂਗਾ। ਓਕੇ, ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿੰਨੇ ਵੀ 3D ਫਿਗਰਸ ਨੇ ਇਹਨਾਂ ਨੂੰ ਕਾਹਦੇ 'ਚ ਕਨਵਰਟ ਕੀਤਾ ਜਾਂਦਾ? 2D ਤੋਂ ਕਨਵਰਟ ਕੀਤਾ ਜਾਂਦਾ ਹੈਗਾ। ਓਕੇ, ਨਾਓ ਮੋਸਟ ਇੰਪੋਰਟੈਂਟ ਕੰਸੈਪਟ ਵਿਚ ਇਜ਼ ਅ ਵੋਲੀਅਮ ਕੀ ਹੁੰਦਾ? ਕਿਸੇ ਆਬਜੈਕਟ ਦੀ ਕਿੰਨੀ ਕੈਪੈਸਿਟੀ ਆ, ਕਿਸੇ ਬਾਕਸ ਦੀ ਕਿੰਨੀ ਕੈਪੈਸਿਟੀ ਆ, ਉਸ ਨੂੰ ਅਸੀਂ ਕੀ ਬੋਲਦੇ ਹਾਂ? ਵੋਲੀਅਮ।
ਫੋਰ ਐਗਜ਼ਾਮਪਲ ਤੁਹਾਡੇ ਕੋਲ ਇੱਕ ਗਲਾਸ ਆ, ਉਸ ਗਲਾਸ ਦੇ ਵਿੱਚ ਅਸੀਂ ਵੱਧ ਤੋਂ ਵੱਧ ਕਿੰਨਾ ਮਿਲਕ ਪਾ ਸਕਦੇ ਹਾਂ ਜਾਂ ਕਿੰਨਾ ਵਾਟਰ ਪਾ ਸਕਦੇ ਹਾਂ, ਉਹਨੂੰ ਕੀ ਬੋਲਦੇ ਹਾਂ ਅਸੀਂ, ਉਸ ਦਾ ਵੋਲੀਅਮ ਬੋਲਦੇ ਹਾਂ। ਕੀ ਹੈ ਇਹ, ਹੋਲੋ ਆਬਜੈਕਟ, ਕਿਉਂਕਿ ਜਿਹੜੇ ਅਸੀਂ ਬਾਕਸ ਦੀ ਗੱਲ ਕੀਤੀ ਆ ਉਹ ਵੀ ਕੀ ਹੋਊਗਾ, ਅੰਦਰੋਂ ਖਾਲੀ ਹੋਊਗਾ, ਠੀਕ ਹੈ। ਜਾਂ ਗਲਾਸ ਦੀ ਗੱਲ ਕੀਤੀ ਉਹ ਵੀ ਕੀ ਹੈ, ਖਾਲੀ ਹੋਊਗਾ। ਤਾਂ ਹੁਣ ਜ਼ਰੂਰੀ ਤਾਂ ਨਹੀਂ ਵੀ ਸਾਰੀਆਂ ਜਿਹੜੇ ਆਬਜੈਕਟ ਨੇ 3D ਦੇ ਵਿੱਚ ਉਹ ਖਾਲੀ ਹੋਣਗੇ। ਸੋਲਿਡ ਦੀ ਗੱਲ ਕਰਦੇ ਹਾਂ ਅਸੀਂ, ਜਿਵੇਂ ਕੋਈ ਇੱਟ ਹੋ ਗਈ, ਤਾਂ ਉਹਦਾ ਵੋਲੀਅਮ ਕੀ ਆ, ਤਾਂ ਉਹਦਾ ਮਤਲਬ ਕੀ ਹੁੰਦਾ ਵੀ ਉਹਨੇ ਕਿੰਨੀ ਸਪੇਸ ਆਕੂਪਾਈਡ ਕੀਤੀ ਹੋਈ ਆ, ਦਾ ਅਮਾਊਂਟ ਆਫ ਸਪੇਸ ਆਕੂਪਾਈਡ ਬਾਈ ਦੈਟ ਆਬਜੈਕਟ, ਤਾਂ ਉਹਦਾ ਵੋਲੀਅਮ ਕੀ ਹੋਊਗਾ, ਉਸ ਕਿੰਨੀ ਉਹਨੇ ਟੋਟਲ ਸਪੇਸ ਕਵਰ ਕਰੀ ਹੋਈ ਆ, ਉਸ ਨੂੰ ਕੀ ਬੋਲ ਦਿੰਦੇ ਹਾਂ ਅਸੀਂ, ਉਹਦਾ ਵੋਲੀਅਮ। ਓਕੇ, ਤਾਂ ਮੇਨਲੀ ਤੁਸੀਂ ਇਹੀ ਸਮਝਣਾ ਕਿ ਵੋਲੀਅਮ ਕੀ ਹੁੰਦਾ, ਕੈਪੈਸਿਟੀ ਹੁੰਦੀ ਆ। ਓਕੇ, and third, which is most important point, conversion of solid from one to another volume will be same। ਜੇਕਰ ਕਿਸੇ ਅਸੀਂ ਇੱਕ ਸੋਲਿਡ ਨੂੰ ਦੂਜੇ ਦੇ ਵਿੱਚ ਕਨਵਰਟ ਕਰ ਦਿੰਦੇ ਹਾਂ, ਕਿਸੇ ਹੋਰ ਫਾਰਮ 'ਚ ਕਨਵਰਟ ਕਰ ਦਿੰਦੇ ਹਾਂ, ਤਾਂ ਉੱਥੇ ਉਹਨਾਂ ਦਾ ਵੋਲੀਅਮ ਕੀ ਰਹੂਗਾ, ਸੇਮ ਰਹੂਗਾ। ਫੋਰ ਐਗਜ਼ਾਮਪਲ ਸਪੋਜ਼ ਕਿਸੇ ਬੱਚੇ ਕੋਲ ਕਲੇ ਆ, ਉਹਨੇ ਉਸ ਕਲੇ ਤੋਂ ਪਹਿਲਾਂ ਇੱਕ ਕਿਊਆਈਡ ਬਾਕਸ ਬਣਾਇਆ, ਕਿਊਆਈਡ ਟਾਈਪ ਦਾ ਬਾਕਸ ਬਣਾਇਆ, ਤਾਂ ਉਸ ਨੂੰ ਉਹਨੇ ਬਾਅਦ ਦੇ ਵਿੱਚ ਕਨਵਰਟ ਕਰਕੇ ਇੱਕ ਸਿਲੰਡਰ 'ਚ ਕਨਵਰਟ ਕਰਤਾ। ਓਕੇ, ਦੈਨ ਉਹਨੇ ਸਿਲੰਡਰ ਤੋਂ ਉਸਨੂੰ ਇੱਕ ਸਪੀਅਰ ਦੇ ਵਿੱਚ ਕਨਵਰਟ ਕਰਤਾ। ਤਾਂ ਹੁਣ ਕੀ ਹੋਊਗਾ ਕਿ ਜਿਹੜਾ ਕਿਊਆਈਡ, ਸਿਲੰਡਰ ਅਤੇ ਸਪੀਅਰ ਤਿੰਨਾਂ ਦਾ ਵੋਲੀਅਮ ਕੀ ਹੋਊਗਾ, ਸੇਮ ਹੋਊਗਾ। ਓਕੇ, ਜਦੋਂ ਅਸੀਂ ਕਿਸੇ ਇੱਕ ਫੋਰਮ ਨੂੰ ਦੂਜੀ ਫੋਰਮ 'ਚ ਕਨਵਰਟ ਕਰ ਦਿੰਦੇ ਹਾਂ ਤਾਂ ਉਹਨਾਂ ਦਾ ਵੋਲੀਅਮ ਕੀ ਰਹਿੰਦਾ, ਸੇਮ ਰਹਿੰਦਾ ਹੈਗਾ। ਅੰਡਰਸਟੈਂਡ ਨਾਓ। ਸਾਡਾ ਨੈਕਸਟ ਪੁਆਇੰਟ ਹੈਗਾ ਸਰਫੇਸ ਏਰੀਆ। ਠੀਕ ਹੈ, ਸਰਫੇਸ ਏਰੀਆ ਅਸੀਂ ਪਹਿਲਾਂ ਵੀ ਡਿਸਕਸ ਕੀਤਾ। ਏਰੀਆ ਕੀ ਹੁੰਦਾ ਕਿ ਕਿਸੇ ਇੱਕ ਪਲੇਨ ਜਾਂ ਸਰਫੇਸ ਦੇ ਦੁਆਰਾ ਜਿੰਨੀ ਸਪੇਸ ਕਵਰ ਕੀਤੀ ਜਾਂਦੀ ਆ ਉਹਨੂੰ ਕਹਿੰਦੇ ਹਾਂ ਅਸੀਂ ਏਰੀਆ। ਤਾਂ ਕਿਊਆਈਡ ਦਾ ਏਰੀਆ ਕੀ ਹੋਊਗਾ, ਕਿਊਆਈਡ ਦਾ ਏਰੀਆ ਅਸੀਂ ਕਿਵੇਂ ਫਾਈਂਡ ਆਊਟ ਕਰਾਂਗੇ। ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਵੀ ਜਿੰਨੇ ਵੀ 3D ਫਿਗਰਸ ਨੇ ਜਾਂ ਸੋਲਿਡਸ ਨੇ ਇਹ ਕਿਹਦੇ ਤੋਂ ਕਨਵਰਟ ਹੋਏ ਨੇ, 2D ਤੋਂ। ਤਾਂ ਹੁਣ ਤੁਹਾਡਾ ਕਿਊਆਈਡ ਤੁਸੀਂ ਛੋਟੀਆਂ ਕਲਾਸਿਸ ਦੇ ਵਿੱਚ ਬਣਾਇਆ ਹੋਊਗਾ, ਇਹਦਾ ਅਸੀਂ ਨੈੱਟ ਬਣਾਉਂਦੇ ਹੁੰਦੇ ਸੀ ਕਿ ਕਿਊਆਈਡ ਕਿਹਦੇ ਤੋਂ ਬਣਦਾ, 6 ਰੈਕਟੈਂਗਲਸ ਤੋਂ ਬਣਦਾ ਗਾ। ਜਿੱਦਾਂ ਮੈਂ ਇਹਦਾ ਇੱਕ ਨੈੱਟ ਬਣਾਇਆ 1 2 3 4 5 ਐਂਡ 6, ਸਾਡੇ ਕੋਲ 6 ਰੈਕਟੈਂਗਲਸ ਨੇ ਜਿਨ੍ਹਾਂ ਨੂੰ ਜੁਆਇਨ ਕਰਕੇ ਅਸੀਂ ਇੱਕ ਕੀ ਬਣਾ ਲੈਂਦੇ ਹਾਂ, ਕਿਊਆਈਡ ਬਣਾ ਲੈਂਦੇ ਹਾਂ। ਹੁਣ ਜੇਕਰ ਅਸੀਂ ਕਿਊਆਈਡ ਦਾ ਏਰੀਆ ਫਾਈਂਡ ਆਊਟ ਕਰਨਾ ਹੋਵੇ ਤਾਂ ਅਸੀਂ ਕੀ ਕਰਾਂਗੇ, 6 ਰੈਕਟੈਂਗਲਸ ਦਾ ਕੀ ਫਾਈਂਡ ਆਊਟ ਕਰਾਂਗੇ, ਏਰੀਆ ਫਾਈਂਡ ਆਊਟ ਕਰਾਂਗੇ। ਓਕੇ, ਹੁਣ ਤੁਹਾਨੂੰ ਇਹ ਵੀ ਕਹਿ ਸਕਦਾ ਕੋਈ ਵੀ, ਜਿਹੜਾ ਤੁਹਾਡੇ ਕੋਲ ਕੋਈ ਸਪੋਜ਼ ਬਾਕਸ ਆ ਟੌਪ ਤੋਂ ਓਪਨ ਆ, ਟੌਪ ਤੋਂ ਓਪਨ ਆ, ਸਪੋਜ਼ ਇਹ 4th ਰੈਕਟੈਂਗਲ ਤੁਹਾਡੇ ਕੋਲ ਹੈ ਨਹੀਂ, ਇਸ 4th ਰੈਕਟੈਂਗਲ ਨੂੰ ਅਸੀਂ ਕੱਟ ਦਿੰਦੇ ਹਾਂ। ਤਾਂ ਹੁਣ ਤੁਸੀਂ ਜਿਹੜਾ ਬਾਕਸ ਤੁਹਾਡੇ ਕੋਲ ਹੈਗਾ ਉਹਦਾ ਏਰੀਆ ਫਾਈਂਡ ਆਊਟ ਕਰਨਾ। ਠੀਕ ਹੈ, ਤਾਂ ਏਰੀਆ ਕਿਵੇਂ ਫਾਈਂਡ ਆਊਟ ਕਰੋਗੇ, ਤਾਂ ਤੁਸੀਂ ਕਾਊਂਟ ਕਰੋ ਕਿੰਨੀਆਂ ਰੈਕਟੈਂਗਲਸ ਨੇ ਤੁਹਾਡੇ ਕੋਲ, 1 2 3 4 5। ਇਸ 5 ਰੈਕਟੈਂਗਲਸ ਦਾ ਕੀ ਕਰਾਂਗੇ ਅਸੀਂ, ਏਰੀਆ ਫਾਈਂਡ ਆਊਟ ਕਰਾਂਗੇ। ਓਕੇ, ਕੋਈ ਇਹ ਵੀ ਕਹਿ ਸਕਦਾ ਕਿ ਜਿਹੜਾ ਬਾਕਸ ਆ ਟੌਪ ਤੇ ਬਾਟਮ ਤੋਂ ਓਪਨ ਆ, ਇਟ ਮੀਨਸ ਕਿੰਨੀਆਂ ਰੈਕਟੈਂਗਲਸ ਰਹਿ ਜਾਣਗੀਆਂ ਤੁਹਾਡੇ ਕੋਲ, ਓਨਲੀ 4 ਰੈਕਟੈਂਗਲਸ ਰਹਿ ਜਾਣਗੀਆਂ, ਓਨਲੀ 4 ਰੈਕਟੈਂਗਲਸ। ਸਪੋਜ਼ ਮੈਂ ਇਹਦੇ ਵਿੱਚ ਇੱਕ ਹੋਰ 3 ਨੰਬਰ ਵਾਲੀ ਕੱਟ ਕਰਦਾ ਤਾਂ ਕਿੰਨੀਆਂ ਰਹਿ ਗਈਆਂ, 1 2 3 4। ਤਾਂ ਇਹ 4 ਦਾ ਕੀ ਕਰ ਲਾਂਗੇ ਅਸੀਂ, ਏਰੀਆ ਫਾਈਂਡ ਆਊਟ ਕਰ ਲਾਂਗੇ। ਤਾਂ ਯਾਦ ਰੱਖਣਾ ਕਿਊਆਈਡ ਦਾ ਜਿਹੜਾ ਬੇਸ ਆ ਉਹ ਕਿਸ ਸ਼ੇਪ ਦਾ ਹੁੰਦਾ, ਰੈਕਟੈਂਗਲ ਸ਼ੇਪ ਦਾ ਹੁੰਦਾ। ਸੇਮ ਤੁਹਾਡੇ ਕੋਲ ਕਿਊਬ ਆ, ਕਿਊਬ ਕਿਹਦੇ ਤੋਂ ਬਣਦਾ, ਜੇ ਕਿਊਬ ਦਾ ਮੈਂ ਨੈੱਟ ਬਣਾਉਣਾ ਹੋਵੇ, ਨੈੱਟ ਕਿੱਥੋਂ ਬਣੂਗਾ ਉਹਦਾ, ਕਿਹਦੇ ਤੋਂ, 6 ਸਕੁਏਅਰਸ ਦੇ ਉੱਤੋਂ। ਤਾਂ ਹਾਂ, ਕਿਹਦੇ ਤੋਂ ਬਣੂ, 6 ਸਕੁਏਅਰ ਦੇ ਉੱਤੋਂ, ਕਿਉਂਕਿ ਕਿਊਆਈਡ ਦਾ ਜਿਹੜਾ ਬੇਸ ਆ ਉਹ ਕੀ ਹੁੰਦਾ, ਇੱਕ ਸਕੁਏਅਰ ਸ਼ੇਪ ਦਾ ਹੁੰਦਾ। ਜੇਕਰ ਉਹਦੀਆਂ ਸਾਰੇ ਇਹ ਫੇਸ ਨੇ ਜਿਹੜੇ ਸਕੁਏਅਰ ਸ਼ੇਪ ਦੇ ਨੇ ਤਾਂ ਅਸੀਂ ਉਸ ਨੂੰ ਕੀ ਬੋਲ ਦਿੰਦੇ ਹਾਂ, ਕਿਊਆਈਡ ਬੋਲ ਦਿੰਦੇ ਹਾਂ। ਠੀਕ ਆ, ਫੇਸ ਜਿੰਨੀ ਵੀ ਮੈਂ ਉਹਦੇ ਵੀ ਰੈਕਟੈਂਗਲ ਦੀ ਗੱਲ ਕੀਤੀ, ਇੱਥੇ ਸਕੁਏਅਰ ਦੀ ਗੱਲ ਕੀਤੀ, ਇੱਕ ਰੈਕਟੈਂਗਲ ਜਾਂ ਇੱਕ ਸਕੁਏਅਰ ਨੂੰ ਅਸੀਂ ਕੀ ਬੋਲਦੇ ਹਾਂ, ਫੇਸ। ਕੀ ਬੋਲਦੇ ਹਾਂ ਉਹਨੂੰ, ਫੇਸ। ਤਾਂ ਇੱਕ ਕਿਊਬ ਦੇ ਵਿੱਚ ਕਿੰਨੇ ਫੇਸ ਹੋਣਗੇ, ਤੇ 1 2 3 4 5 6 ਫੇਸਿਸ ਨੇ। ਤਾਂ ਅਸੀਂ ਜੇਕਰ ਕਿਊਆਈਡ ਦਾ ਏਰੀਆ ਫਾਈਂਡ ਆਊਟ ਕਰਨਾ, ਇਟ ਮੀਨਸ 6 ਫੇਸਿਸ ਦਾ ਏਰੀਆ ਫਾਈਂਡ ਆਊਟ ਕਰਾਂਗੇ। ਤੇ 6 ਫੇਸ ਕਿਸ ਸ਼ੇਪ ਦੇ ਨੇ, ਸਾਡੇ ਕੋਲ ਸਕੁਏਅਰ ਸ਼ੇਪ ਦੇ ਨੇ। ਓਕੇ, ਤਾਂ ਇੱਥੇ ਵੀ ਸੇਮ ਤੁਹਾਨੂੰ ਕੋਈ ਕਹਿ ਸਕਦਾ ਟੌਪ ਤੋਂ ਓਪਨ, ਤਾਂ ਤੁਸੀਂ 4th ਨੰਬਰ ਵਾਲਾ ਇਨਕਲੂਡ ਨਹੀਂ ਕਰਨਾ, ਤਾਂ 5 ਫੇਸਿਸ ਦਾ ਏਰੀਆ ਫਾਈਂਡ ਆਊਟ ਕਰ ਦਿਓ। ਓਕੇ, ਅਸੀਂ ਸਰਫੇਸ ਏਰੀਆ ਨੂੰ 2 ਪਾਰਟ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਪਹਿਲਾ ਲੈਟਰ ਸਰਫੇਸ ਏਰੀਆ, ਜਿਹਨੂੰ ਅਸੀਂ ਕਰਵਡ ਸਰਫੇਸ ਏਰੀਆ ਵੀ ਬੋਲ ਦਿੰਦੇ ਹਾਂ, ਜਾਂ ਟੋਟਲ ਸਰਫੇਸ ਏਰੀਆ। ਓਕੇ, ਸਭ ਤੋਂ ਪਹਿਲਾਂ ਇਹਨਾਂ ਦਾ ਮਤਲਬ ਸਮਝਦੇ ਹਾਂ, ਇਹਨਾਂ ਦਾ ਕੀ ਡਿਫਰੈਂਸ ਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸੀਂ ਲੈਟਰ ਸਰਫੇਸ ਏਰੀਆ ਦੀ। ਲੈਟਰ ਸਰਫੇਸ ਏਰੀਆ ਕੀ ਹੁੰਦਾ, ਇਹਨੂੰ ਸਮਝਣ ਦੇ ਲਈ ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ। ਮੰਨ ਲਓ ਸਾਡੇ ਕੋਲ ਕੋਈ ਇੱਕ ਬਾਕਸ ਆ, ਜੇਕਰ ਅਸੀਂ ਬਾਕਸ ਦੇ ਉੱਪਰ ਟੌਪ ਤੋਂ ਉਸ ਨੂੰ ਰਿਮੂਵ ਕਰ ਦਿੰਦੇ ਹਾਂ ਅਤੇ ਹੇਠਾਂ ਉਹਦਾ ਬੇਸ ਵੀ ਰਿਮੂਵ ਕਰ ਦਿੰਦੇ ਹਾਂ, ਸਿਰਫ ਸਾਡੇ ਕੋਲ 4 ਸਾਈਡਸ ਬਚਦੀਆਂ ਨੇ। ਜੇਕਰ ਸਾਨੂੰ ਉਹਨਾਂ ਦਾ ਏਰੀਆ ਫਾਈਂਡ ਆਊਟ ਕਰਨ ਨੂੰ ਕਿਹਾ ਜਾਵੇ ਤਾਂ ਉਹ ਏਰੀਆ ਕਿਹੜਾ ਹੋਊਗਾ, ਲੈਟਰਲ ਸਰਫੇਸ ਏਰੀਆ। ਜਾਂ ਅਸੀਂ ਇਹ ਵੀ ਸਮਝ ਸਕਦੇ ਹਾਂ, ਮੰਨ ਲਓ ਕਿ ਕੋਈ ਇੱਕ ਕਮਰਾ ਗਾ, ਉਸ ਕਮਰੇ ਦੀ ਜੇਕਰ ਅਸੀਂ ਰੂਫ ਨੂੰ ਅਤੇ ਫਰਸ਼ ਨੂੰ ਇਨਕਲੂਡ ਨਹੀਂ ਕਰਦੇ, ਓਨਲੀ 4 ਵਾਲਸ ਦਾ ਏਰੀਆ ਫਾਈਂਡ ਆਊਟ ਕਰਦੇ ਹਾਂ, ਤਾਂ ਉਸ ਏਰੀਆ ਨੂੰ ਵੀ ਕੀ ਕਿਹਾ ਜਾਂਦਾ, ਲੈਟਰਲ ਸਰਫੇਸ ਏਰੀਆ। ਸੇਮ ਆਪਣੇ ਕੋਲ ਇੱਕ ਸਿਲੰਡਰ ਆ, ਸਪੋਜ਼ ਸਿਲੰਡਰ ਦਾ ਜੇਕਰ ਅਸੀਂ ਏਰੀਆ ਫਾਈਂਡ ਆਊਟ ਕਰ ਰਹੇ ਹਾਂ
बट असीं ਉਹਦੇ टॉप ਤੇ बॉटम वाले सर्कल ਦਾ ਏਰੀਆ फाइंड आउट नहीं करते ਤਾਂ ਉਸ ਏਰੀਆ ਨੂੰ ਕੀ ਕਿਹਾ ਜਾਊਗਾ ਕਰਵਡ ਸਰਫੇਸ ਏਰੀਆ। ਮਤਲਬ ਲੈਟਰ ਸਰਫੇਸ ਏਰੀਆ ਵਰਡ ਅਸੀਂ ਯੂਜ਼ ਕਰਾਂਗੇ ਕਿਊਬ ਤੇ ਕਿਊਆਇਡ ਦੇ ਲਈ, ਤੇ ਕਰਵਡ ਸਰਫੇਸ ਏਰੀਆ ਵਰਡ ਅਸੀਂ ਯੂਜ਼ ਕਰਾਂਗੇ ਸਿਲੈਂਡਰ ਲਈ, ਕੋਨ ਲਈ ਐਂਡ ਹੈਮੀਸਫੀਅਰ ਦੇ ਲਈ। ਮਤਲਬ ਕੀ ਹੈ ਇਹਦਾ ਕਿ ਅਸੀਂ ਜਦੋਂ ਏਰੀਆ ਫਾਈਂਡ ਆਊਟ ਕਰਦੇ ਹਾਂ ਟੌਪ ਤੇ ਬਾਟਮ ਜਿਹੜੇ ਪਾਰਟ ਹੋਣਗੇ ਉਹਦਾ ਏਰੀਆ ਇਨਕਲੂਡ ਨਹੀਂ ਕਰਦੇ ਗੇ। ਓਕੇ, ਦੈਨ ਟੋਟਲ ਸਰਫੇਸ ਏਰੀਆ, ਟੋਟਲ ਸਰਫੇਸ ਏਰੀਆ ਵਿੱਚ ਸਾਰਾ ਏਰੀਆ ਆ ਜਾਊਗਾ ਲੈਟਰ ਸਰਫੇਸ ਏਰੀਆ ਪਲੱਸ ਉਹ ਪਾਰਟ ਦਾ ਏਰੀਆ ਜਿਹੜਾ ਅਸੀਂ ਲੈਟਰ ਸਰਫੇਸ ਏਰੀਆ ਵੇਲੇ ਇਨਕਲੂਡ ਨਹੀਂ ਕੀਤਾ ਸੀਗਾ। ਅੰਡਰਸਟੈਂਡ ਨਾਓ ਆਪਣੇ ਕੋਲ 10th ਕਲਾਸ ਦੇ ਵਿੱਚ ਜਿੰਨੇ ਵੀ ਕੁਐਸਚਨ ਹੋਣਗੇ ਉਹ ਕੰਬੀਨੇਸ਼ਨ ਨਾਲ ਰਿਲੇਟਡ ਹੋਣਗੇ ਕਿਹਦੇ 2 ਔਰ ਮੋਰ ਸੋਲਿਡ ਦੇ ਨਾਲ। ਠੀਕ ਆ, ਜਿਵੇਂ ਮੈਂ ਲਿਖਿਆ ਇੱਕ ਰੌਕਟ ਦੇ ਵਿੱਚ ਕੀ ਇੱਕ ਕੋਨ ਹੋ ਗਈ, ਇੱਕ ਕੀ ਹੋ ਗਿਆ ਸਿਲੈਂਡਰ, 2 ਸੋਲਿਡ ਆ ਗਏ ਆਪਣੇ ਕੋਲ। ਇੱਕ ਟੋਏ ਲਾਟੂ ਦੇ ਵਿੱਚ ਵੀ ਇੱਕ ਕੋਨ ਆ ਗਈ, ਇੱਕ ਹੈਮੀਸਫੀਅਰ ਆ ਗਿਆ। ਤਾਂ ਜਦੋਂ ਵੀ ਸਾਨੂੰ ਇਹਨਾਂ ਦਾ ਏਰੀਆ ਫਾਈਂਡ ਆਊਟ ਕਰਨ ਨੂੰ ਕਹੂਗਾ ਤਾਂ ਅਸੀਂ ਕੰਬਾਈਨ ਦਾ ਏਰੀਆ ਫਾਈਂਡ ਆਊਟ ਕਰਨਾ, ਦੋਵਾਂ ਦਾ ਏਰੀਆ ਫਾਈਂਡ ਆਊਟ ਕਰਾਂਗੇ। ਵੋਲੀਅਮ ਫਾਈਂਡ ਆਊਟ ਕਰਨ ਨੂੰ ਕਹਿੰਦਾ ਤਾਂ ਵੀ ਅਸੀਂ ਇਹਨਾਂ ਦੋਵਾਂ ਦਾ ਵੋਲੀਅਮ ਫਾਈਂਡ ਆਊਟ ਕਰਾਂਗੇ। ਓਕੇ, ਨਾਓ ਹੁਣ ਅਸੀਂ ਡਿਸਕਸ਼ਨ ਕਰਦੇ ਹਾਂ ਵੋਲੀਅਮ ਦੀ। ਵੋਲੀਅਮ ਦੇ ਫਾਰਮੂਲੇ ਕਿਵੇਂ ਲਰਨ ਕਰਨੇ ਆ, ਤਾਂ ਉਹਦੇ ਲਈ ਤੁਸੀਂ ਇੱਕ ਬੇਸਿਕ ਕਨਸੈਪਟ ਯਾਦ ਰੱਖਣਾ। ਜਦੋਂ ਵੀ ਵੋਲੀਅਮ ਦੇ ਫਾਰਮੂਲੇ ਲਰਨ ਕਰਨੇ ਆ ਤਾਂ ਕੀ ਆ ਉਹ ਏਰੀਆ ਆਫ ਬੇਸ, ਕਿਸੇ ਵੀ ਸੋਲਿਡ ਦਾ ਜਿਹੜਾ ਬੇਸ ਹੋਊਗਾ ਉਹਦਾ ਏਰੀਆ ਮਲਟੀਪਲਾਈ ਹਾਈਟ, ਉਹਨੂੰ ਹਾਈਟ ਦੇ ਨਾਲ ਕੀ ਕਰ ਦੇਣਾ ਮਲਟੀਪਲਾਈ। ਠੀਕ ਆ, ਜਿਵੇਂ ਤੁਹਾਡੇ ਕੋਲ ਇੱਕ ਕਿਊਆਈਡ ਆ, ਕਿਊਆਈਡ ਦੇ ਵੋਲੀਅਮ ਦੀ ਫਾਰਮੂਲੇ ਦੀ ਗੱਲ ਕਰਦੇ ਹਾਂ ਤਾਂ ਇਹਦੇ ਬੇਸ ਦੇ ਵਿੱਚ ਕੀ ਹੈ ਤੁਹਾਡੇ ਕੋਲ ਇੱਕ ਰਿਕਟੈਂਗਲ ਆ, ਤਾਂ ਰਿਕਟੈਂਗਲ ਦਾ ਏਰੀਆ ਕੀ ਹੁੰਦਾ ਲੈਂਥ ਇਨਟੂ ਬ੍ਰੈਡਥ, ਤੇ ਉਹਨੂੰ ਕਿਹਦੇ ਨਾਲ ਮਲਟੀਪਲਾਈ ਕਰਤਾ ਹਾਈਟ ਦੇ ਨਾਲ। ਤਾਂ ਕੀ ਫਾਰਮੂਲਾ ਬਣ ਗਿਆ ਤੁਹਾਡੇ ਕੋਲ L ਇੰਟੂ B ਇੰਟੂ H। ਓਕੇ, ਸਿਮਿਲਰ ਸਾਡੇ ਕੋਲ ਕਿਊਬ ਆ, ਕਿਊਬ ਦਾ ਬੇਸ ਸਾਨੂੰ ਪਤਾ ਕੀ ਹੁੰਦਾ ਇੱਕ ਸਕੁਅਰ ਸ਼ੇਪ ਦਾ ਹੁੰਦਾ। ਦੈਨ ਏਰੀਆ ਆਫ ਸਕੁਅਰ A ਸਕੁਅਰ, ਮਤਲਬ ਸਾਈਡ ਦਾ ਸਕੁਅਰ, ਸਾਈਡ ਇੱਥੇ ਅਸੀਂ A ਮੰਨੀ ਆ ਤਾਂ ਕਰਕੇ A ਦਾ ਸਕੁਅਰ ਇੰਟੂ ਹਾਈਟ ਵੀ ਕੀ ਹੈ ਇੱਥੇ ਤੁਹਾਡੇ ਕੋਲ A ਆ ਤਾਂ A ਸਕੁਅਰ ਇੰਟੂ A ਕੀ ਫਾਰਮੂਲਾ ਬਣ ਗਿਆ A ਕਿਊਬ। ਨੈਕਸਟ ਇਜ਼ ਸਿਲੈਂਡਰ। ਸਿਲੈਂਡਰ ਦਾ ਬੇਸ ਕੀ ਹੈ ਇੱਕ ਸਰਕਲ ਆ, ਤੇ ਸਰਕਲ ਦਾ ਏਰੀਆ ਸਾਨੂੰ ਪਤਾ ਕੀ ਹੁੰਦਾ ਪਾਈ ਆਰ ਸਕੁਅਰ ਹੁੰਦਾ ਇੰਟੂ ਹਾਈਟ ਕੀ ਹੈ ਤੁਹਾਡੇ ਕੋਲ ਇੱਥੇ H, ਤਾਂ ਕੀ ਬਣ ਗਿਆ ਪਾਈ ਆਰ ਸਕੁਅਰ H। ਓਕੇ, ਕੋਨ ਦਾ ਫਾਰਮੂਲਾ ਯਾਦ ਕਰਨ ਦੇ ਲਈ ਤੁਸੀਂ ਸਿਲੈਂਡਰ ਦੇ ਫਾਰਮੂਲੇ ਨੂੰ ਧਿਆਨ 'ਚ ਰੱਖਣਾ। ਦੇਖੋ ਜਦੋਂ ਇੱਕ ਸਿਲੈਂਡਰ ਬਣਾਇਆ ਅਸੀਂ, ਜੇਕਰ ਮੈਂ ਇਸ ਸਿਲੈਂਡਰ ਦੇ ਵਿੱਚ 2 ਲਾਈਨਸ ਡਰਾ ਕਰਦਾ ਤਾਂ ਸਿਲੈਂਡਰ ਕਿੰਨੇ ਪਾਰਟ ਦੇ ਵਿੱਚ ਡਿਵਾਈਡ ਹੋ ਗਿਆ 1 2 3। ਜਿਹੜੇ 3 ਪਾਰਟ ਨੇ, 3 ਪਾਰਟ ਕੀ ਨੇ ਕੋਨ ਨੇ ਵੀ। ਠੀਕ ਆ, ਅਸੀਂ ਇਹ ਕਹਿ ਸਕਦੇ ਹਾਂ ਵੀ ਇੱਕ ਕੋਨ ਦਾ ਜਿਹੜਾ ਵੋਲੀਅਮ ਆ ਉਹ ਸਿਲੈਂਡਰ ਦੇ ਵੋਲੀਅਮ ਦਾ ਕੀ ਹੁੰਦਾ 1/3 ਹੁੰਦਾ। ਤਾਂ ਅਸੀਂ ਕੀ ਕੀਤਾ ਜਿਹੜਾ ਸਿਲੈਂਡਰ ਦੇ ਵੋਲੀਅਮ ਦਾ ਫਾਰਮੂਲਾ ਸੀ ਉਹਨੂੰ ਹੀ ਲਿਖਿਆ ਤੇ ਉਹਦੇ ਅਪਾਉਣ 'ਚ ਕੀ ਲਾਤਾ 3। ਮਤਲਬ ਵੋਲੀਅਮ ਆਫ ਕੋਨ ਦਾ ਫਾਰਮੂਲਾ ਕੀ ਆ 1/3 ਪਾਈ ਆਰ ਸਕੁਅਰ H। ਓਕੇ, ਨੈਕਸਟ ਹੈਗਾ ਆਪਣੇ ਕੋਲ ਸਪੀਅਰ। ਜੇਕਰ ਅਸੀਂ ਸਪੀਅਰ ਦੇ ਵੋਲੀਅਮ ਦੇ ਫਾਰਮੂਲੇ ਦੀ ਗੱਲ ਕਰਦੇ ਹਾਂ ਇਹਦੇ ਲਈ ਇੱਕ ਗੱਲ ਯਾਦ ਰੱਖਣੀ ਹੈ, ਜਿਹੜਾ ਸਪੀਅਰ ਆ ਇਹ ਚਾਰੇ ਪਾਸਿਓਂ ਕੀ ਹੁੰਦਾ ਗੋਲ ਹੁੰਦਾ। ਸਪੀਅਰ ਕੀ ਹੁੰਦਾ ਚਾਰੇ ਪਾਸਿਓਂ ਗੋਲ ਹੁੰਦਾ। ਤਾਂ ਅਸੀਂ ਕੀ ਕੀਤਾ ਜਿਹੜਾ ਫਾਰਮੂਲਾ ਸਾਡੇ ਕੋਲ ਕੋਨ ਵਾਲਾ ਫਾਰਮੂਲਾ ਸੀ ਵੋਲੀਅਮ ਆਫ ਕੋਨ, ਉਹਨੂੰ 4 ਨਾਲ ਮਲਟੀਪਲਾਈ ਕਰਤਾ ਤਾਂ ਕੀ ਬਣ ਗਿਆ 4/3 ਪਾਈ ਆਰ ਸਕੁਅਰ H। ਪਰ ਸਾਨੂੰ ਪਤਾ ਸਪੀਅਰ ਦੇ ਵਿੱਚ ਓਨਲੀ ਰੇਡੀਅਸ ਹੁੰਦਾ, H ਹੁੰਦੀ ਨਹੀਂ, ਹਾਈਟ ਹੁੰਦੀ ਨਹੀਂ। ਤਾਂ ਮੈਂ H ਦੀ ਥਾਂ 'ਤੇ ਕੀ ਲਿਖ ਲਿਆ ਆਰ ਸਕੁਅਰ ਇੰਟੂ ਆਰ ਕਿਊਬ। ਤਾਂ ਫਾਰਮੂਲਾ ਕੀ ਬਣ ਗਿਆ ਸਪੀਅਰ ਦੇ ਵੋਲੀਅਮ ਦਾ 4/3 ਪਾਈ ਆਰ ਕਿਊਬ। ਓਕੇ, ਨੈਕਸਟ ਹੈਗਾ ਹੈਮੀਸਫੀਅਰ। ਸਾਨੂੰ ਪਤਾ ਕਿ ਸਪੀਅਰ ਦਾ ਕੀ ਆ ਹਾਫ ਆ, ਤਾਂ ਅਸੀਂ ਸਪੀਅਰ ਦੇ ਫਾਰਮੂਲੇ ਦਾ ਕੀ ਕਰਤਾ ਹਾਫ ਕਰਤਾ। ਜਦੋਂ 2 ਤੇ ਡਿਵਾਈਡ ਕੀਤਾ ਆਨਸਰ ਆ ਗਿਆ 2/3 ਪਾਈ ਆਰ ਕਿਊਬ। ਓਕੇ, ਨਾਓ ਲੈਟਰ ਸਰਫੇਸ ਏਰੀਆ ਅਸੀਂ ਡਿਸਕਸ ਕਰਦੇ ਹਾਂ। ਲੈਟਰ ਸਰਫੇਸ ਏਰੀਆ ਦੇ ਫਾਰਮੂਲੇ ਲਰਨ ਕਰਨ ਦੇ ਲਈ ਤੁਸੀਂ ਇਹਦਾ ਬੇਸਿਕ ਕਨਸੈਪਟ ਕੀ ਯਾਦ ਰੱਖਣਾ ਪੈਰੀਮੀਟਰ ਆਫ ਬੇਸ ਇੰਟੂ ਹਾਈਟ। ਵੋਲੀਅਮ ਵੇਲੇ ਅਸੀਂ ਕੀ ਯਾਦ ਰੱਖਿਆ ਸੀ ਏਰੀਆ ਆਫ ਬੇਸ ਇੰਟੂ ਹਾਈਟ। ਹੁਣ ਕੀ ਰੱਖਣਾ ਸੀ ਪੈਰੀਮੀਟਰ ਆਫ ਬੇਸ ਇੰਟੂ ਹਾਈਟ। ਤਾਂ ਪੈਰੀਮੀਟਰ ਆਫ ਰਿਕਟੈਂਗਲ ਕਿਉਂਕਿ ਕਿਊਆਈਡ ਦਾ ਬੇਸ ਕੀ ਹੁੰਦਾ ਇੱਕ ਰਿਕਟੈਂਗਲ ਸ਼ੇਪ ਦਾ ਹੁੰਦਾ। ਤਾਂ ਪੈਰੀਮੀਟਰ ਆਫ ਰਿਕਟੈਂਗਲ 2 ਇੰਟੂ L ਪਲੱਸ B ਇੰਟੂ ਹਾਈਟ ਕੀ ਹੈ H। ਅਤੇ ਤੁਹਾਡੇ ਕੋਲ ਇੱਕ ਫਾਰਮੂਲਾ ਬਣ ਗਿਆ ਸਰਫੇਸ ਏਰੀਆ ਦਾ। ਕਿਹੜੇ ਸਰਫੇਸ ਏਰੀਆ ਦਾ ਲੈਟਰ ਸਰਫੇਸ ਏਰੀਆ ਦਾ। ਓਕੇ, ਨੈਕਸਟ ਕਿਊਬ ਦਾ ਬੇਸ ਹੁੰਦਾ ਸਕੁਅਰ। ਤਾਂ ਪੈਰੀਮੀਟਰ ਆਫ ਸਕੁਅਰ ਵਿਚ ਇਜ਼ 4A ਇੰਟੂ ਹਾਈਟ ਇਜ਼ A, ਤਾਂ 4A ਸਕੁਅਰ। ਓਕੇ, ਨੈਕਸਟ ਵਨ ਇਜ਼ ਅ ਸਿਲੈਂਡਰ ਦੇ ਬੇਸ 'ਚ ਕੀ ਆ ਸਰਕਲ ਦਾ ਪੈਰੀਮੀਟਰ 2 ਪਾਈ ਆਰ ਐਂਡ ਹਾਈਟ ਇਜ਼ H। ਤਾਂ ਫਾਰਮੂਲਾ ਕੀ ਬਣ ਗਿਆ 2 ਪਾਈ ਆਰ H। ਤੇ ਕੋਨ ਦਾ ਫਾਰਮੂਲਾ ਅਸੀਂ ਯਾਦ ਰੱਖਣਾ ਹੈ ਕੀ ਹੁੰਦਾ ਪਾਈ ਆਰ L। ਕੋਨ ਦਾ ਫਾਰਮੂਲਾ ਕੀ ਹੁੰਦਾ ਪਾਈ ਆਰ L। ਤੇ ਜੇਕਰ ਸਾਡੇ ਕੋਲ R ਤੇ H ਦਿੱਤੀ ਹੋਵੇ ਤਾਂ L ਕਿਵੇਂ ਫਾਈਂਡ ਆਊਟ ਕਰਾਂਗੇ ਅਸੀਂ R ਤੇ H ਦਿੱਤੀ ਆ L ਫਾਈਂਡ ਆਊਟ ਕਰਨੀ ਆ। ਤਾਂ ਕਿਵੇਂ ਫਾਈਂਡ ਆਊਟ ਕਰਾਂਗੇ ਧਿਆਨ ਨਾਲ ਦੇਖੋ। ਇਹ ਕੀ ਬਣਦੀ ਆ ਤੁਹਾਡੇ ਕੋਲ ਇੱਕ ਰਾਈਟ ਐਂਗਲ ਟਰਾਈਐਂਗਲ।
ਤੇ ਰਾਈਟ ਐਂਗਲ ਟਰਾਈਐਂਗਲ 'ਚ ਅਸੀਂ ਪਾਈਥਾਗੋਰਸ ਥਿਊਰਮ ਲਾ ਸਕਦੇ ਹਾਂ। ਪਾਈਥਾਗੋਰਸ ਥਿਊਰਮ ਦੇ ਅਕੋਰਡਿੰਗ ਕੀ ਹੁੰਦਾ, h ਸਕੁਅਰ ਇਜ਼ ਇਕੁਅਲ ਟੂ p ਸਕੁਅਰ ਪਲੱਸ b ਸਕੁਅਰ। h ਕੀ ਹੈ ਤੁਹਾਡੇ ਕੋਲ l ਸਕੁਅਰ, p ਕੀ ਹੈ ਤੁਹਾਡੇ ਕੋਲ h ਸਕੁਅਰ ਐਂਡ b ਕੀ ਹੈ ਤੁਹਾਡੇ ਕੋਲ r ਸਕੁਅਰ। ਤੇ ਇਹਦੀ ਹੈਲਪ ਦੇ ਨਾਲ ਅਸੀਂ l ਫਾਈਂਡ ਆਊਟ ਕਰ ਸਕਦੇ ਹਾਂ। ਓਕੇ, ਤਾਂ ਯਾਦ ਰੱਖਣਾ ਸਪੀਅਰ ਦਾ ਕਰਵਡ ਸਰਫੇਸ ਏਰੀਆ ਦਾ ਕੋਈ ਫਾਰਮੂਲਾ ਨਹੀਂ ਹੁੰਦਾ, ਤਾਂ ਕਰਕੇ ਅਸੀਂ ਲਿਖਿਆ ਨਹੀਂ। ਹੈਮੀਸਪੀਅਰ ਕੀ ਆ, ਹੈਮੀਸਪੀਅਰ ਵੀ ਇੱਕ ਤਰ੍ਹਾਂ ਕੀ ਆ, ਸਰਕਲ ਆ ਨਾ, ਤਾਂ ਇਸ ਤੋਂ ਪਹਿਲਾਂ ਸਰਕਲ ਦਾ ਫਾਰਮੂਲਾ ਲਿਖ ਲਿਆ ਏਰੀਏ ਦਾ ਪਾਈ ਆਰ ਸਕੁਅਰ, ਤੇ ਉਹਨੂੰ 2 ਨਾਲ ਕੀ ਕਰਤਾ, ਮਲਟੀਪਲਾਈ ਕਰਤਾ, 2 ਪਾਈ ਆਰ ਸਕੁਅਰ। ਓਕੇ, ਨਾਓ ਹੁਣ ਅਸੀਂ ਗੱਲ ਕਰਾਂਗੇ ਟੋਟਲ ਸਰਫੇਸ ਏਰੀਆ ਦੀ। ਸਭ ਤੋਂ ਪਹਿਲਾਂ ਟੋਟਲ ਸਰਫੇਸ ਏਰੀਆ ਆਫ ਕਿਊਬਾਇਡ। ਟੋਟਲ ਸਰਫੇਸ ਏਰੀਆ ਕੀ ਹੋਊਗਾ, ਲੈਟਰਲ ਸਰਫੇਸ ਏਰੀਆ, ਜਿਹੜਾ ਤੁਹਾਡਾ ਲੈਟਰਲ ਸਰਫੇਸ ਏਰੀਆ ਪਲੱਸ ਏਰੀਆ ਆਫ ਟੌਪ ਐਂਡ ਬਾਟਮ ਰੈਕਟੈਂਗਲਸ। ਟੋਟਲ ਸਰਫੇਸ ਏਰੀਆ ਕੀ ਹੁੰਦਾ ਸੀ ਕਿ ਲੈਟਰਲ ਸਰਫੇਸ ਏਰੀਆ ਪਲੱਸ ਏਰੀਆ ਆਫ ਰਿਮੇਨਿੰਗ ਪਾਰਟਸ। ਤਾਂ ਅਸੀਂ ਪਹਿਲਾਂ ਲੈਟਰਲ ਸਰਫੇਸ ਏਰੀਆ ਲਿਖ ਲਿਆ 2 ਇੰਟੂ LH ਪਲੱਸ BH ਪਲੱਸ ਟੌਪ 'ਚ ਕੀ ਸੀ ਇਹਦੇ, ਰਿਕਟੈਂਗਲ, ਬਾਟਮ 'ਚ ਕੀ ਸੀ, ਇੱਕ ਰਿਕਟੈਂਗਲ। ਤੇ ਰਿਕਟੈਂਗਲ ਦੇ ਏਰੀਆ ਦਾ ਫਾਰਮੂਲਾ ਹੁੰਦਾ L ਇੰਟੂ B, ਲੈਂਥ ਇੰਟੂ ਬ੍ਰੈਡਥ। 2 ਰਿਕਟੈਂਗਲ ਸੀ ਤਾਂ 2 ਨਾਲ ਕੀ ਕਰਤਾ ਸੀ, ਮਲਟੀਪਲਾਈ ਕਰਤਾ, 2 ਕੋਮਨ ਲੈ ਲਿਆ ਤੇ ਤੁਹਾਡੇ ਕੋਲ ਫਾਈਨਲੀ ਫਾਰਮੂਲਾ ਬਣ ਗਿਆ। ਓਕੇ, ਨਾਓ ਕਿਊਬ ਦਾ ਬੇਸ ਕਿਸ ਸ਼ੇਪ ਦਾ ਹੈਗਾ, ਸਕੁਅਰ ਸ਼ੇਪ ਦਾ। ਓਕੇ, ਹਾਂ, ਤੇ ਅਸੀਂ ਕੀ ਕੀਤਾ ਸੀ, ਜਦੋਂ ਅਸੀਂ ਲੈਟਰਲ ਸਰਫੇਸ ਏਰੀਆ ਫਾਈਂਡ ਆਊਟ ਕੀਤਾ ਸੀ ਤਾਂ ਪਹਿਲਾਂ ਅਸੀਂ ਸਕੁਅਰ ਦਾ ਪੈਰੀਮੀਟਰ ਲਿਖਤਾ ਸੀ, ਉਹਨੂੰ ਮਲਟੀਪਲਾਈ ਕਰਤਾ ਸੀ ਹਾਈਟ ਦੇ ਨਾਲ, ਤਾਂ 4a ਸਕੁਅਰ ਬਣ ਗਿਆ ਸੀ। ਤਾਂ ਹੁਣ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਟੋਟਲ ਸਰਫੇਸ ਏਰੀਆ। ਤਾਂ ਟੋਟਲ ਸਰਫੇਸ ਏਰੀਆ ਕਿਹਦੇ ਇਕੁਅਲ ਹੋਊਗਾ, ਲੈਟਰਲ ਸਰਫੇਸ ਏਰੀਆ ਪਲੱਸ ਏਰੀਆ ਆਫ ਟੌਪ ਐਂਡ ਬਾਟਮ ਪਾਰਟ। ਟੌਪ ਤੇ ਬਾਟਮ ਦੇ ਵੀ ਕੀ ਆ ਪਤਾ ਆਪਾਂ ਨੂੰ, ਸਕੁਅਰ ਆ। ਤਾਂ ਪਹਿਲਾਂ ਲੈਟਰਲ ਸਰਫੇਸ ਏਰੀਆ ਲਿਖ ਲਿਆ 4a ਸਕੁਅਰ ਪਲੱਸ ਕਰਤਾ ਏਰੀਆ ਆਫ ਸਕੁਅਰ। ਏਰੀਆ ਆਫ ਸਕੁਅਰ ਹੁੰਦਾ ਸਾਈਡ ਇੰਟੂ ਸਾਈਡ, ਮੀਨਸ ਸਾਈਡ ਦਾ ਸਕੁਅਰ। ਤਾਂ ਆਪਾਂ ਲਿਖ ਲਿਆ a ਸਕੁਅਰ, ਟੌਪ 'ਚ ਵੀ ਸਕੁਅਰ ਸੀ, ਬਾਟਮ 'ਚ ਵੀ ਸਕੁਅਰ ਸੀ, 2 ਸਕੁਅਰ ਆ ਗਏ, ਤਾਂ ਕਰਕੇ 2 ਨਾਲ ਮਲਟੀਪਲਾਈ ਕਰ ਲਿਆ। 4a ਸਕੁਅਰ ਪਲੱਸ 2a ਸਕੁਅਰ, ਕੀ ਆਂਸਰ ਆ ਗਿਆ, 6a ਸਕੁਅਰ। ਮਤਲਬ ਟੋਟਲ ਸਰਫੇਸ ਏਰੀਆ ਆਫ ਕਿਊਬ ਕੀ ਹੁੰਦਾ, 6a ਸਕੁਅਰ। ਤੁਸੀਂ ਐਵੇਂ ਵੀ ਯਾਦ ਰੱਖ ਸਕਦੇ ਹੋ ਇਹਨੂੰ ਕਿ ਕਿਊਬ ਦੇ ਟੋਟਲ ਫੇਸ ਹੁੰਦੇ ਆ 6, ਮਤਲਬ 6 ਸਕੁਅਰ ਹੁੰਦੇ ਆ। ਇੱਕ ਸਕੁਅਰ ਦਾ ਏਰੀਆ ਹੁੰਦਾ a ਸਕੁਅਰ, ਤਾਂ 6 ਫੇਸ ਦਾ 6 ਸਕੁਅਰ ਦਾ ਏਰੀਆ ਹੋ ਗਿਆ 6a ਸਕੁਅਰ। ਨਾਓ ਸਿਲੰਡਰ ਦਾ ਟੋਟਲ ਸਰਫੇਸ ਏਰੀਆ ਵੀ ਕੀ ਲਿਖਾਂਗੇ ਆਪਾਂ, ਲੈਟਰਲ ਸਰਫੇਸ ਏਰੀਆ ਪਲੱਸ ਏਰੀਆ ਆਫ ਟੌਪ ਸਰਕਲ ਐਂਡ ਬਾਟਮ। ਏਰੀਆ ਆਫ ਸਰਕਲ ਹੁੰਦਾ ਪਾਈ ਆਰ ਸਕੁਅਰ, 2 ਸਰਕਲ ਸੀ ਤਾਂ 2 ਨਾਲ ਕੀ ਕਰਤਾ, ਮਲਟੀਪਲਾਈ ਕਰਤਾ। ਓਕੇ, ਤਾਂ ਹੁਣ ਕੀ ਕਰਾਂਗੇ ਆਪਾਂ, ਇਹਦੇ 'ਚੋਂ 2 ਕੋਮਨ ਪਿਆ, ਪਾਈ ਕੋਮਨ ਆ, ਇੱਕ ਆਰ ਕੋਮਨ ਆ, 2 ਪਾਈ ਆਰ ਕੋਮਨ ਲੈ ਲਿਆ ਤਾਂ ਕੀ ਬਣ ਗਿਆ ਇੱਥੇ H ਪਲੱਸ ਆਰ। 2 ਪਾਈ ਆਰ ਕੋਮਨ ਲੈ ਲਿਆ ਤਾਂ ਕੀ ਆ ਗਿਆ, H ਪਲੱਸ ਆਰ। ਠੀਕ ਆ, ਨੈਕਸਟ ਕੋਨ ਦਾ ਟੋਟਲ ਸਰਫੇਸ ਏਰੀਆ ਕੀ ਹੋਊਗਾ, ਕਰਵਡ ਸਰਫੇਸ ਏਰੀਆ ਪਲੱਸ ਏਰੀਆ ਆਫ ਸਰਕਲ। ਕਰਵਡ ਸਰਫੇਸ ਏਰੀਆ ਕੀ ਸੀ, ਪਾਈ ਆਰ ਐਲ, ਅਸੀਂ ਲਿਖ ਲਿਆ, ਪਲੱਸ ਏਰੀਆ ਆਫ ਸਰਕਲ। ਏਰੀਆ ਆਫ ਸਰਕਲ ਕੀ ਹੁੰਦਾ, ਪਾਈ ਆਰ ਸਕੁਅਰ ਲਿਖ ਲਿਆ, ਪਾਈ ਆਰ ਕੋਮਨ ਆ ਗਈ ਤਾਂ ਕੀ ਬਚ ਗਿਆ ਤੁਹਾਡੇ ਕੋਲ, L ਪਲੱਸ ਆਰ। ਤੇ ਟੋਟਲ ਸਰਫੇਸ ਏਰੀਆ ਹੋ ਗਿਆ ਕੋਨ ਦਾ। ਨਾਓ ਸਪੀਅਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਚਾਰੇ ਪਾਸਿਓਂ ਕੀ ਹੁੰਦਾ, ਗੋਲ। ਇਹਦੇ ਫਾਰਮੂਲੇ ਇਸ ਤਰੀਕੇ ਨਾਲ ਯਾਦ ਰੱਖੇ ਜਾ ਸਕਦੇ ਆ। ਤਾਂ ਅਸੀਂ 4 ਦੇ ਨਾਲ ਕੀ ਕਰਤਾ, ਇਹਨੂੰ ਮਲਟੀਪਲਾਈ ਕਰਤਾ। ਕਿਸ ਸ਼ੇਪ ਦਾ ਇਹ, ਇੱਕ ਤਰ੍ਹਾਂ ਸਰਕਲ ਦੀ ਸ਼ੇਪ ਦਾ ਹੀ ਲੱਗਦਾ, ਤੇ ਇਹਨੂੰ ਅਸੀਂ ਕੀ ਲਿਖਤਾ, ਸਰਕਲ ਦਾ ਏਰੀਆ 4 ਪਾਈ ਆਰ ਸਕੁਅਰ। ਨੈਕਸਟ ਇਜ਼ ਹੈਮੀਸਪੀਅਰ 'ਚ ਪਹਿਲਾਂ ਲੈਟਰਲ ਸਰਫੇਸ ਏਰੀਆ ਲਿਖ ਲਿਆ 2 ਪਾਈ ਆਰ ਸਕੁਅਰ ਪਲੱਸ ਇਹ ਵਾਲੇ ਸਰਕਲ ਦਾ ਏਰੀਆ ਪਹਿਲਾਂ ਅਸੀਂ ਇਨਕਲੂਡ ਨਹੀਂ ਕੀਤਾ ਸੀ, ਹੁਣ ਇਹਦਾ ਏਰੀਆ ਇਨਕਲੂਡ ਕਰ ਦਾਂਗੇ। ਇਹ ਵੀ ਇੱਕ ਸਰਕਲ ਆ ਤਾਂ ਕੀ ਲਿਖਤਾ ਇਹਨੂੰ ਪਾਈ ਆਰ ਸਕੁਅਰ। 2 ਪਾਈ ਆਰ ਸਕੁਅਰ ਪਹਿਲਾਂ ਸੀ, ਇੱਕ ਪਾਈ ਆਰ ਸਕੁਅਰ ਹੋਰ ਐਡ ਹੋ ਗਿਆ, ਕਿੰਨਾ ਬਣ ਗਿਆ, 3 ਪਾਈ ਆਰ ਸਕੁਅਰ। ਤਾਂ ਇਸ ਤਰੀਕੇ ਨਾਲ ਸਟੂਡੈਂਟਸ ਤੁਸੀਂ ਇਹ ਸਾਰੇ ਫਾਰਮੂਲੇ ਲਰਨ ਕਰ ਲੈਣੇ ਆ, ਰੱਟਾ ਨਹੀਂ ਲਾਉਣਾ, ਜਸਟ ਕੀ ਕਰਨਾ, ਇਹਨਾਂ ਨੂੰ ਸਮਝ ਕੇ ਲਰਨ ਕਰ ਲੈਣੇ ਆ। ਓਕੇ।